ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਖਬਰ ਤਰਨਤਾਰਨ ਤੋਂ ਲਵਾਂਗੇ। ਤਰਨਤਾਰਨ ਦੇ ਵਿੱਚ ਗੋਲੀਆਂ ਚੱਲੀਆਂ ਨੇ। ਜਿਹਾਂ ਗੋਲੀਬਾਰੀ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਵਿੱਚ ਇੱਕ ਫੌਜੀ ਵੀ ਸ਼ਾਮਲ ਸੀ। ਕਾਰ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ। ਵਾਰਦਾਤ ਤੋਂ ਬਾਅਦ ਮੌਕੇ ਦੇ ਉੱਤੋਂ ਹੀ ਫਰਾਰ ਹੋ ਗਏ ਨੇ। ਪੂਰਾ ਮਾਮਲਾ ਗੰਭੀਰ ਨਜ਼ਰ ਆ ਰਿਹਾ ਹੈ। ਤਰਨਤਾਰਨ ਦੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਗੋਲੀਬਾਰੀ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਹੈ। ਮ੍ਰਿਤਕਾਂ ਦੇ ਵਿੱਚ ਇੱਕ ਫੌਜੀ ਵੀ ਸ਼ਾਮਲ ਸੀ। ਕਾਰ ਸਵਾਰ ਕੁਝ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ। ਵਾਰਦਾਤ ਤੋਂ ਬਾਅਦ ਮੌਕੇ ਦੇ ਉੱਤੋਂ ਜਿਹੜੇ ਮੁਲਜ਼ਮ ਨੇ ਫਰਾਰ ਹੋ ਗਏ ਨੇ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਤਰਨਤਾਰਨ ਤੋਂ ਸਿਧਾਰਥ ਅਰੋੜਾ। ਸਿਧਾਰਥ, ਪੂਰਾ ਮਾਮਲਾ ਕੀ ਹੈ? ਜੀ ਬਿਲਕੁਲ ਪੱਟੀ ਦਾ ਨਦੌਰ ਚੌਂਕ ਹੈ ਜਿਹੜਾ ਉੱਥੇ ਸਵੇਰੇ ਜਿਹੜੇ ਤਿੰਨ ਯੁਵਕ ਜਿਹੜੇ ਨੇ ਮੱਥਾ ਟੇਕਣ ਦੇ ਲਈ ਜਾਂਦੇ ਨੇ ਤਾਂ ਤਿੰਨ ਯੁਵਕਾਂ ਨੇ ਕਾਰ ਸਵਾਰ ਦੋ ਯੁਵਕਾਂ ਨੇ ਗੋਲੀਆਂ ਮਾਰ ਕੇ ਚਲੀ ਕਰਤਾ। ਜੇ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੋ ਯੁਵਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਜਿਹੜੀ ਹੈ ਅਮਨਦੀਪ ਸਿੰਘ ਫੌਜੀ ਤੇ ਦੂਜਾ ਯੁਵਕ ਹੈ ਉਸ ਦੀ ਵੀ ਪਛਾਣ ਹੋ ਗਈ ਹੈ। ਤੇ ਜਿਹੜਾ ਇੱਕ ਸ਼ੇਰਾ ਇਹਨਾਂ ਦਾ ਸਾਥੀ ਸੀ ਜਿਸ ਨੂੰ ਗੋਲੀ ਲੱਗੀ ਸੀ ਉਹਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਦੱਸਿਆ ਜਾ ਰਿਹਾ ਕਿ ਕਿਸੇ ਕੋਈ ਗੈਂਗ ਨਾਲ ਰਿਲੇਟਡ ਨਾ ਹੋਵੇ ਮਾਮਲਾ ਜਾਂ ਤਰੀਕੇ ਦਾ ਮਾਮਲਾ। ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੇਕਿਨ ਦੇਖਣ ਨੂੰ ਲੱਗਦਾ ਕਿ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਜਿਸ ਤਰ੍ਹਾਂ ਕੇ ਨਾਲ ਕਿਸ ਤਰੀਕੇ ਨਾਲ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਮਾਰ ਕੇ ਉੱਥੇ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇੱਥੋਂ ਦੇ ਡੀਐਸਪੀ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਨੇ ਕਿ ਕਿਸ ਵਜ੍ਹਾ ਨੂੰ ਲੈ ਕੇ ਕੋਈ ਰੰਜਿਸ਼ ਤਾਂ ਨਹੀਂ ਹੈ ਪੁਰਾਣੀ, ਕਿਸ ਵਜ੍ਹਾ ਨੂੰ ਲੈ ਕੇ ਇਸ ਵਾਰਦਾਤ ਨੂੰ ਦੋ ਯੁਵਕਾਂ ਦੁਆਰਾ ਜਾਨ ਦਿੱਤਾ ਗਿਆ। ਜੀ ਨਹੀਂ, ਮਤਲਬ ਇਹ ਕਨਫਰਮ ਨਹੀਂ ਹੋਇਆ ਕਿ ਦੂਜੀ ਧਿਰ ਸੀ ਕੌਣ? ਜੀ ਗੱਲ ਕੀਤੀ ਉਹਨਾਂ ਜਿਹੜੀ ਦੂਜੀ ਧਿਰ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ। ਉਹ ਮੌਕੇ ਤੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੀ ਮੌਕੇ ਤੋਂ ਹੀ ਫਰਾਰ ਹੋ ਗਏ ਸੀ। ਹਾਲਾਂਕਿ ਪੁਲਿਸ ਨੇ ਵੱਲੋਂ ਇਸ ਮਾਮਲੇ ਵਿੱਚ ਟੀਮਾਂ ਵੀ ਬਣਾਈਆਂ ਗਈਆਂ ਨੇ। ਤਰਨਤਾਰਨ ਦੇ ਐਸਐਸਪੀ ਦੇ ਨਾਲ ਵੀ ਧਰੁਮਨ ਸਿੰਘ ਬਾਲੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਟੀਮਾਂ ਬਣਾਈਆਂ ਗਈਆਂ ਨੇ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਵੀ ਸਮਝਣਾ ਚਾਹੁੰਦੇ ਕਿ ਪੁਰਾਣੀ ਰੰਜਿਸ਼ ਦਾ ਹੀ ਮਾਮਲਾ ਇਸ ਐਂਗਲ ਤੋਂ ਹੀ ਜਾਂਚ ਕਰ ਰਹੀ ਹੈ ਕਿਉਂਕਿ ਤਰਨਤਾਰਨ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਵਿਚਾਲੇ ਇੱਕ ਫੌਜੀ ਦੀ ਵੀ ਮੌਤ ਹੋਈ ਹੈ, ਜਿਹੜੀ ਇਸ ਦੋ ਲੋਕਾਂ ਦੀ ਮੌਤਾਂ ਦੇ ਵਿਚਾਲੇ ਤੇ ਇੱਕ ਹੋਰ ਐਂਗਲ ਵੀ ਹੈ। ਇੱਥੇ ਗੱਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਮਨਦੀਪ ਸਿੰਘ ਸਿਰਫ ਇੱਕ ਫੌਜੀ ਜਿਵੇਂ ਕਹਿ ਸਕਦੇ, ਲੇਕਿਨ ਫੌਜ 'ਚ ਉਹ ਇਸ ਤਰ੍ਹਾਂ ਦਾ ਨਹੀਂ ਸੀ ਕਿ ਉਹ ਫੌਜੀ ਹੈ। ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਇੱਕ ਆਮ ਯੁਵਕ ਨੇ ਦੋਨੋਂ ਨੇ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕੋਈ ਫੌਜ ਨਾਲ ਰਿਲੇਟਡ ਨਹੀਂ ਹੈ ਮਾਮਲਾ। ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਯੁਵਕ ਨੇ ਸਿਰਫ ਘਰ ਤੋਂ ਨਦੌਰ ਚੌਂਕ ਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਮੱਥਾ ਟੇਕਣ ਦੇ ਲਈ ਕੋਈ ਉੱਥੇ ਦਰਗਾਹ ਹੈ, ਉੱਥੇ ਮੱਥਾ ਟੇਕਣ ਦੇ ਲਈ ਗਈ ਸੀ। ਉੱਥੇ ਦੋਵਾਂ ਯੁਵਕਾਂ ਦੋ ਯੁਵਕ ਦੱਸੇ ਜਾ ਰਹੇ ਨੇ ਕਾਰ 'ਚ ਸਵਾਰ ਹੋ ਕੇ ਆਉਂਦੇ ਨੇ, ਉਹਨਾਂ ਵੱਲੋਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਗੋਲੀਬਾਰੀ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ। ਹਾਲਾਂਕਿ ਕਿਹਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ, ਕਿਉਂ ਕੀਤੀ ਗਈ, ਇੱਕ ਵੱਡਾ ਸਵਾਲ ਜ਼ਰੂਰ ਹੈ, ਹੁਣ ਤੱਕ ਕਲੀਅਰ ਨਹੀਂ ਹੋ ਸਕਿਆ। ਤਾਂ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਨੇ ਮੁਲਜ਼ਮ। ਤਾਂ ਤਰਨਤਾਰਨ ਦੇ ਵਿੱਚ ਗੋਲੀਆਂ ਚੱਲੀਆਂ ਨੇ, ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਇਹਨਾਂ ਦੇ ਵਿੱਚ ਫੌਜੀ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਵੱਡੀ ਖਬਰ ਇਸ ਸਮੇਂ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ। ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ ਵੱਡਾ ਦਾਅਵਾ ਕੀਤਾ ਗਿਆ। ਲਾਲ ਕਿਲ੍ਹੇ ਤੇ ਕਬਜ਼ਾ ਕਰਨ ਦਾ ਪਲਾਨ ਬਣਾਇਆ ਗਿਆ ਸੀ। ਲਾਲ ਕਿਲ੍ਹੇ ਤੇ ਕੁਝ ਲੋਕ ਪੱਕਾ ਧਰਨਾ ਲਗਾਉਣਾ ਚਾਹੁੰਦੇ ਸਨ। 26 ਜਨਵਰੀ ਦੇ ਦਿਨ ਜਦੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਤਾਂ ਇੱਕ ਕਾਫਲਾ ਕੁਝ ਨੌਜਵਾਨ ਦਿੱਲੀ ਦੇ ਅੰਦਰ ਵੜੇ ਤੇ ਲਾਲ ਕਿਲ੍ਹੇ ਵਾਲੇ ਪਾਸੇ ਆਈਟੀਓ ਵਾਲੇ ਪਾਸੇ ਚਲੇ ਗਏ। ਤਾਂ ਦਿੱਲੀ ਲਾਲ ਕਿਲ੍ਹੇ ਦੇ ਉੱਤੇ ਜਿਹੜੀ ਹਿੰਸਾ ਹੋਈ ਜਾਂ ਝੰਡਾ ਲਹਿਰਾਇਆ ਗਿਆ, ਕੇਸਰੀ ਝੰਡਾ ਉੱਥੇ ਲਹਿਰਾਇਆ ਗਿਆ, ਉਸ ਪੂਰੇ ਮਾਮਲੇ ਦੇ ਵਿੱਚ ਹਾਲ ਹੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ 30,000 ਕੋਰਟ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਵੱਡੀ ਖਬਰ ਹੈ, ਇਸ ਸਮੇਂ ਚਾਰਜਸ਼ੀਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰਨ ਦਾ ਪੂਰਾ ਪਲਾਨ ਸੀ। ਉੱਥੇ ਪੱਕਾ ਧਰਨਾ ਲਗਾਉਣ ਦਾ ਪਲਾਨ ਕੀਤਾ ਗਿਆ ਸੀ। ਜਿਹੜੇ ਲੋਕ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਪ੍ਰਦਰਸ਼ਨ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਕਈ ਮੁਲਜ਼ਮ ਨੇ ਇਹਨਾਂ ਦੇ ਵਿੱਚ। रुक करते हैं शंकर आनंद साढ़े सहयोगी साढ़े नाल जोड़ रहे हैं। शंकर, क्या कुछ जानकारी आपके पास? देखिए, दिल्ली पुलिस की क्राइम ब्रांच ने पिछले कुछ समय पहले लाल किला हिंसा मामले में एक चार्जशीट दायर किया था और उस चार्जशीट में कई महत्वपूर्ण जो तथ्य हैं जो बकायदा उसको शामिल किया गया है, जिसमें कि कुछ ऐसे भी इनपुट्स मिल रहे हैं कि जिस तरह से बकायदा दिल्ली पुलिस ने तफ्तीश करते हुए इस मामले में कई लोगों के बयान और सबूतों के आधार पर ये बताया है कि लाल किला को दूसरा एक प्रोटेस्ट साइट बनाना चाहते थे वो। और जिस तरह से किसान आंदोलन की बात करें तो किसान आंदोलन के दौरान कुछ
ऐसे बड़े किसान नेता जो है इस तरह की साजिश को अंजाम देने में जुटे हुए थे, जिसके लिए वो लोगों को भड़का रहे थे। लोगों को भड़काने के बाद इस तरह की वहां तक लाल किला तक पहुंचाए थे। और कोशिश ये थी उनकी मंशा ये रही थी उस वक्त में कि लाल किला को जिस तरह से भी सिंघू बॉर्डर की बात कर ले या टिकरी बॉर्डर की बात कर ले, तो उसी तरह का एक प्रोटेस्ट साइट लाल किला को बनाना चाहते हैं। तो एक तरह से ये मामला काफी संगीन है और इस मामले की गंभीरता को देखते हुए इस मामले पर चार्जशीट पर जो संज्ञान वो कल लिया जाएगा। कल संज्ञान लेने के बाद चार्जशीट जो है वो आरोपी पक्ष को और उसके बाद वो आम हो सकता है, तो उसके बाद ही उस चार्जशीट में क्या क्या है वो कहा जा सकता है। लेकिन हमारे जो सूत्र बताते हैं जिस तरह से कि ये जो मामला सामने आया है काफी संगीन मामला है कि लाल किला जो राजधानी दिल्ली की सबसे कहे जा सकती है शान वाली इमारत है, उस जगह पे कब्जा करना और कब्जा करके उस जगह पर विरोध प्रदर्शन करना, ये कहीं कहीं जो मसला है ये मसला काफी संगीन है। और इस मामले में ये देखना लाजमी होगा कि जब कल कोर्ट इस चार्जशीट पर संज्ञान लेगा तो किस तरह की बातें और सामने आ सकती हैं। शंकर, एक और चीज जानना चाहते हैं, क्या चार्जशीट में ऐसी कोई इंफॉर्मेशन है कि सूत्रधार कौन था इस पूरे प्रदर्शन का, या जो इल्जाम लगाए जा रहे हैं कि वहां पर कब्जा करने की कोशिश थी या पक्के तौर पर धरना लगाने की कोशिश थी, तो इसका सूत्रधार कौन था? कुछ ऐसा भी मेंशन है, कोई जानकारी आपके पास? देखिए, सूत्रधार इस पूरे आंदोलन में एक व्यक्ति नहीं है बल्कि कई लोगों के खिलाफ है और कई लोगों के खिलाफ अलग अलग धाराओं के तहत अलग अलग आरोप लगे हैं। और जिसमें कि अलग अलग आरोपियों की बात करें तो कई ऐसे आरोपी थे जो किसानों को वहां पे एकजुट करना वो उसकी मंशा रही थी। कुछ लोग साजिश ये थी कि किसी तरह से उसे लाल किला की ओर लेके चलते हैं, तो कुछ लोगों को ये जिम्मेवारी दी गई थी कि लाल किला पे वहां पे पहुंचने के बाद किस तरह के उग्र हिंसा को अंजाम देना है। तो ये इस तरह के अलग अलग जो एक पार्ट बाय पार्ट एक रूपरेखा जो है वो प्लानिंग की गई थी, जो स्ट्रेटेजी बनाई गई थी और उस स्ट्रेटेजी में कई बड़े किसान नेता उसमें फंसे हुए थे, इसको अंजाम देने लगे हुए थे। और उसके बाद एक सोची समझी साजिश के तहत इसे अंजाम दिया गया। तो कहीं न कहीं इस मामले की गंभीरता को देखते हुए तमाम सबूतों को इकट्ठा किया गया, तमाम गवाहों का जो बयान जो है उसको दर्ज किया गया और उसके बाद जो चार्जशीट दाखिल की गई है उसमें तकरीबन 1 दर्जन बड़े किसान नेताओं का जिक्र है, जिसके बारे में क्राइम ब्रांच ने बताया है कि उनके खिलाफ किस तरह के आरोप लगे हैं। शुक्रिया शंकर, ਧੰਨਵਾਦ ਸਾਡਾ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਤਾਂ ਭਲਕੇ ਨੋਟਿਸ ਸੰਗਿਆਨ ਲਿਆ ਜਾਵੇਗਾ, ਅਦਾਲਤ ਦੇ ਵੱਲੋਂ ਦੇਖਣਾ ਹੋਏਗਾ ਕਿ ਕੁਝ ਅੱਗੇ ਐਕਸ਼ਨ ਲਿਆ ਜਾਂਦਾ ਹੈ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ। Network, News 18 Network।